फ्रेंड्स अज आप गल करांगे सैक्शन 9 की। सैक्शन 9 इनकलूड करता टिप ट्रेनिंग, टैसट आइडेंटिफिकेशन पीरियड ਨੂੰ। ਇਹਦਾ ਨੁਮੈਨਿਕ ਹੈਗਾ ISTRE। ਇਹਦੇ ਵਿੱਚ ਇੰਟਰੋਡਕਸ਼ਨਸ ਆਉਂਦੀਆਂ, ਆਈਡੈਂਟੀਫਿਕੇਸ਼ਨਸ ਆਉਂਦੀਆਂ, ਫਿਕਸ ਟਾਈਮ ਐਂਡ ਸਲੋਟ ਆਉਂਦਾ, ਰਿਬਟ ਆਉਂਦਾ ਤੇ ਐਕਸਪਲੇਨੇਸ਼ਨਸ ਆਉਂਦੀਆਂ ਸੋਲੋ। ਸੋ ਨਾਓ ਵਿਲ ਸਟਾਰਟ ਵਿਦ ਦ ਇੰਟਰੋਡਕਟਰੀ ਫੈਕਟ। ਪ੍ਰੈਕਟੀਕਲੀ ਇੰਪੋਸੀਬਲ ਹੁੰਦਾ ਕਿਸੇ ਵੀ ਸੂਟ ਜਾਂ ਪ੍ਰੋਸੀਡਿੰਗ ਦੇ ਵਿੱਚ ਇਹਨੂੰ ਡਾਇਰੈਕਟਲੀ ਕਿਸੇ ਵੀ ਮੇਨ ਫੈਕਟ ਦੇ ਉੱਤੇ ਜਾਣਾ। ਬੇਸਿਕਲੀ ਇੰਟਰੋਡਕਟਰੀ ਫੈਕਟ ਹੈਲਪਫੁਲ ਹੁੰਦੇ ਨੇ ਜੱਜਿਸ ਨੂੰ ਇਸ ਚੀਜ਼ ਦੇ ਲਈ ਕਿ ਉਹ ਸਰਕਮਸਟਾਂਸਿਸ ਨੂੰ ਜਾਣ ਸਕੇ ਜਾਂ ਮੇਨ ਫੈਕਟ ਨੂੰ ਜਾਣ ਸਕਣ। ਜੇ ਜਿਹੜਾ ਇੰਟਰੋਡਕਟਰੀ ਫੈਕਟ ਹੈ ਓਫਨਲੀ ਹੈਲਪ ਕਰਦਾ ਕਿਸੇ ਵੀ ਫੈਕਟ ਦਾ ਜਾਂ ਟ੍ਰਾਂਜੈਕਸ਼ਨ ਨੂੰ ਸਮਝਣ ਲਈ ਜਾਂ ਉਹਦਾ ਲਿੰਕ ਨੂੰ ਡਰਾਈਵ ਕਰਨ ਲਈ। ਮੰਨ ਲਓ ਕੋਈ ਲਿੰਕ ਵਿੱਚ ਸਕਿਪ ਹੈ ਤਾਂ ਉਸ ਲਿੰਕ ਦੀ ਕਨੈਕਟੀਵਿਟੀ ਲਈ ਸੈਕਸ਼ਨ 9 ਯੂਜ਼ ਹੁੰਦਾ। which introduce it is related to the fact in issue or relevant fact। let's suppose ਇਹਦਾ ਵਾਲਟ ਜਿਹੜਾ ਗੁੰਮ ਜਾਂਦਾ ਸਪੋਟ ਆਫ ਕ੍ਰਾਈਮ ਤੋਂ ਅਵੇਲੇਬਲ ਹੁੰਦਾ। ਇਹਦਾ ਮਤਲਬ ਕੀ ਕਿ ਇਹ ਜਿਹੜਾ ਹੈਗਾ ਕ੍ਰਾਈਮ ਸਪੋਟ 'ਤੇ ਅਵੇਲੇਬਲ ਸੀਗਾ। ਨੈਕਸਟ ਹੈਗਾ ਐਕਸਪਲੇਨੇਟਰੀ ਫੈਕਟ। ਐਕਸਪਲੇਨੇਟਰੀ ਫੈਕਟ ਦੇ ਵਿੱਚ ਹੈ ਜਦੋਂ ਆਪਾਂ ਇਹਨੂੰ ਕੰਸੀਡਰ ਕਰਦੇ ਹਾਂ ਇਕੱਠੇ ਜਾਂ ਇਕੱਲੇ ਦੇ ਵਿੱਚ ਕੰਸੀਡਰ ਕਰਦੇ ਹਾਂ, ਠੀਕ ਹੈ। ਸੈਕੰਡਲੀ ਹੈਗਾ ਬਟ ਇਫ ਕੰਸੀਡਰੇਸ਼ਨ ਇਨ ਕਨੈਕਸ਼ਨ ਵਿਦ ਸੇਮ ਫੈਕਟ ਦੇ ਨਾਲ ਜਾਂ ਉਹਨੂੰ ਐਕਸਪਲੇਨ ਕਰਦਾ ਜਾਂ ਇਲਸਟਰੇਟ ਕਰਦਾ। ਸਮਟਾਈਮ ਇਹ ਸਟਰੈਂਥ ਦਿੰਦਾ ਐਵੀਡੈਂਸ ਨੂੰ, ਠੀਕ ਹੈ, ਵਨ ਸਾਈਡ 'ਤੇ, ਜਾਂ ਹੈਲਪ ਕਰਦਾ ਫੈਕਟ ਇਨ ਇਸ਼ੂ ਨੂੰ ਪ੍ਰੂਵ ਕਰਨ ਦੇ ਵਿੱਚ। ਫੈਕਟ ਵਿੱਚ ਐਕਸਪਲੇਨ ਹੈਪਨਿੰਗ ਆਫ ਸਮਥਿੰਗ ਰੈਲੀਵੈਂਟ ਫੈਕਟ ਵੀ ਹੋ ਸਕਦਾ, ਫੈਕਟ ਇਨ ਇਸ਼ੂ ਵੀ ਹੋ ਸਕਦਾ। ਉਹਨੂੰ ਕੀ ਕਹਿੰਦੇ ਐਕਸਪਲੇਨੇਟਰੀ ਫੈਕਟ ਕਹਿੰਦੇ ਨੇ। ਐਕਸਪਲੇਨੇਟਰੀ ਮਤਲਬ ਕਿ ਹੈਲਪ ਕਰਦੇ ਨੇ ਐਕਸਪਲੇਨ ਕਰਨ 'ਚ ਕਿ ਥਿੰਗਸ ਕਿੱਦਾਂ ਕਰੋਗੇ। ਲੈਟਸ ਸਪੋਜ਼ ਐਕਸ ਨੂੰ ਐਕਸ ਔਰ ਵਾਈ ਦੇ ਵਿੱਚ ਆਪਸ ਲੜਾਈ ਹੋ ਜਾਂਦੀ ਹੈ। ਵਾਈ ਐਕਸ ਨੂੰ ਮਾਰ ਦਿੰਦਾ। ਐਕਸ ਜ਼ੋਰ ਦੀ ਰੋਲਾ ਪਾਉਂਦਾ ਕਿ ਮੈਨੂੰ ਬਚਾਓ ਮੈਨੂੰ ਬਚਾਓ। ਹੁਣ ਜਿਹੜਾ ਉਹਦੀ ਰੋਲ ਆਫ ਸ਼ਾਊਟਿੰਗ ਕਰਦਾ ਉਹ ਕੀ ਹੈ, ਰੈਲੀਵੈਂਟ ਫੈਕਟ ਹੈ। ਸੈਕਸ਼ਨ 6 'ਚ ਆਉਂਦਾ ਰੈਸਗੈਸਟ ਹੈ। ਉਹਦੀ ਆਵਾਜ਼ ਨੂੰ ਰਿਲੇਟਿਡ ਟੂ ਦਾ ਸੇਮ ਪਾਰਟ ਆਫ ਟ੍ਰਾਂਜੈਕਸ਼ਨ ਜੈਡ ਸੁਣ ਕੇ ਉਸ ਸਪੋਰਟ 'ਤੇ ਆ ਜਾਂਦਾ। ਸਪੋਰਟ 'ਤੇ ਆਉਂਦਾ ਜਦੋਂ ਉਹ ਕੀ ਹੈ ਐਕਸਪਲੇਨ ਕਰਦਾ ਕਿ ਉਹਦੀ ਜੈਡ ਦਾ ਉਸ ਸਪੋਰਟ 'ਤੇ ਪਾਇਆ ਜਾਣਾ। ਐਕਸਪਲੇਨ ਕਰੇਗਾ ਕਿ ਉਹਦੀ ਆਵਾਜ਼ਾਂ ਸੁਣ ਕੇ ਉੱਥੇ ਆਇਆ ਸੀ, ਕਿ ਹੋ ਗਿਆ ਰੈਲੀਵੈਂਟ ਫੈਕਟ। ਹੁਣ ਨੈਕਸਟ ਪਾਰਟ ਹੈ ਸਪੋਰਟ ਔਰ ਰਿਬਟ ਦਾ। ਇਹਦੇ ਵਿੱਚ ਐਪਲੀਕੇਸ਼ਨ ਪਾਰਟ ਡਿਪੈਂਡ ਕਰਦਾ ਕਿ ਕਿਸੇ ਫੈਕਟ ਦੀ ਐਗਜ਼ਿਸਟੈਂਸ ਹੈ ਜਾਂ ਉਹਦੀ ਇਨਫਰੈਂਸ ਦੇ ਉੱਤੇ ਕਿ ਫੈਕਟ ਇਨ ਇਸ਼ੂ ਹੈ ਜਾਂ ਰੈਲੀਵੈਂਟ ਫੈਕਟ ਹੈ। ਨੈਕਸਟ ਹੈਗਾ ਫਿਕਸਿੰਗ ਦਾ ਟਾਈਮ ਐਂਡ ਪਲੇਸ ਨੂੰ ਫਿਕਸ ਕਰਨ ਦੇ ਵਿੱਚ ਹੈਲਪ ਕਰਦਾ, ਜਾਂ ਫਿਰ ਇਹ ਦੱਸਦਾ ਕਿ ਰੈਲੀਵੈਂਟ ਫੈਕਟ ਦੇ ਨਾਲ ਇਹਦੀ ਕਨੈਕਟੀਵਿਟੀ ਹੈਗੀ ਹੈ ਅਤੇ ਇਹਨੂੰ ਐਡਮਿਟ ਕੀਤਾ ਜਾ ਸਕਦਾ ਐਜ਼ ਐਨ ਐਵੀਡੈਂਸ ਜਾਂ ਨਹੀਂ ਕੀਤਾ ਜਾ ਸਕਦਾ। ਦੈਨ ਕੀ ਹੈ ਰਿਲੇਸ਼ਨ ਆਫ ਪਾਰਟੀ, ਕਿ ਕਿਸੇ ਵੀ ਫੈਕਟ ਦੇ ਵਿੱਚ ਐਨੀ ਫੈਕਟ ਬਾਈ ਵਿਚ ਰਿਲੇਸ਼ਨ ਆਫ ਪਾਰਟੀ ਕੈਨ ਬੀ ਡਿਟਰਮਿਨਡ ਇਜ਼ ਰੈਲੀਵੈਂਟ ਫੈਕਟ। ਜਿਸ ਵੀ ਕੇਸ ਦੇ ਵਿੱਚ ਪਾਰਟੀਜ਼ ਦੇ ਰਿਲੇਸ਼ਨ ਨੂੰ ਡਿਟਰਮਿਨ ਕੀਤਾ ਜਾਂਦਾ ਉਹਨੂੰ ਰੈਲੀਵੈਂਟ ਫੈਕਟ ਕਹਿੰਦਾ। ਹੁਣ ਲੈਟਸ ਸਪੋਜ਼ ਪੋਸਟਮਾਰਟਮ ਰਿਪੋਰਟ ਕੀ ਹੈ, ਰੈਲੀਵੈਂਟ ਫੈਕਟ ਹੈ। ਕਾਹਦਾ, ਟਾਈਮ ਆਫ ਔਫੈਂਸ ਦਾ ਅਤੇ ਮਾਰਕ ਆਫ ਸਟਰਗਲ ਦੇ। ਕਿ ਲੈਟਸ ਸਪੋਜ਼ ਕਿਸੇ ਬੰਦੇ ਦਾ ਮਰਡਰ ਹੋ ਗਿਆ, ਉਸ ਬੰਦੇ ਦਾ ਆਪਾਂ ਪੋਸਟਮਾਰਟਮ ਕਰਾਇਆ। ਹੁਣ ਕਿਸ ਟਾਈਮ 'ਤੇ ਉਸ ਬੰਦੇ ਦੀ ਡੈਥ ਹੋਈ, ਕਿੱਦਾਂ ਦੇ ਉਹਦੀ ਬੋਡੀ 'ਤੇ ਮਾਰਕ ਸੀਗੇ, ਉਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਕਵਰ ਹੋਣਗੀਆਂ। ਲੈਟਸ ਸਪੋਜ਼ ਸੈਕਿੰਡ ਐਗਜ਼ਾਮਪਲ ਹੈ ਕਿ ਇੱਕ ਪਰਸਨ ਦੀ ਟ੍ਰੇਨ ਦੇ ਵਿੱਚ ਡੈਥ ਹੋ ਜਾਂਦੀ ਹੈ। ਡੈਡ ਬੋਡੀ ਰਿਕਵਰ ਹੁੰਦੀ ਜਲੰਧਰ ਸਟੇਸ਼ਨ 'ਤੇ। ਟਿਕਟ ਉਹਦੀ ਪੋਕਟ ਦੇ ਵਿੱਚ ਪਈ ਜਾਂਦੀ ਲੁਧਿਆਣਾ ਤੋਂ ਜਲੰਧਰ ਦੀ। ਅਤੇ ਇਹ ਕੀ ਪ੍ਰੂਵ ਕਰ ਰਿਹਾ ਕਿ ਉਹ ਬੰਦਾ ਜਾਂ ਤਾਂ ਲੁਧਿਆਣੇ ਤੋਂ ਅੰਮ੍ਰਿਤਸਰ ਦੀ ਟਿਕਟ ਪਾਈ ਜਾਂਦੀ ਕਿ ਲੁਧਿਆਣੇ ਤੋਂ ਉਹ ਬੰਦਾ ਚੜ੍ਹਿਆ ਹੋਊਗਾ, ਅੰਮ੍ਰਿਤਸਰ ਉਹਦੀ ਲਾਸਟ ਡੈਸਟੀਨੇਸ਼ਨ ਹੋਊਗੀ, ਅਤੇ ਉਹਦੀ ਡੈਡ ਬੋਡੀ ਪਾਈ ਜਾਂਦੀ ਜਲੰਧਰ ਸਟੇਸ਼ਨ ਦੇ ਉੱਤੇ। ਤਾਂ ਇਹਦਾ ਮਤਲਬ ਕਿ ਉਹਦੀ ਜਿਹੜੀ ਟਾਈਮ ਆਫ ਅਕਰੈਂਸ ਆਫ ਇਵੈਂਟ ਆ ਉਹ ਕਿਸ ਟਾਈਮ ਤੋਂ ਰਿਹਾ ਹੋਊਗਾ, ਲੁਧਿਆਣਾ ਤੋਂ ਜਲੰਧਰ ਦੇ ਵਿੱਚ ਕਿਸੇ ਵੀ ਸਪੋਟ 'ਤੇ ਇਹ ਉਹਦੀ ਡੈਥ ਹੋ ਸਕਦੀ ਹੈ ਜਾਂ ਉਹਦਾ ਮਰਡਰ ਕੀਤਾ ਜਾ ਸਕਦਾ, ਠੀਕ ਹੈ। ਸੋ ਇਹ ਕੀ ਹੈਲਪ ਕਰੇਗਾ ਫਿਕਸ ਕਰਨ ਲਈ, ਕਿਸ ਚੀਜ਼ ਨੂੰ, ਪਲੇਸ ਨੂੰ ਫਿਕਸ ਕਰਨ ਲਈ। ਜਾਂ ਫਿਰ ਜਦੋਂ ਆਪਾਂ ਇਹਦਾ ਪੋਸਟਮਾਰਟਮ ਕਰਾਵਾਂਗੇ, ਇਸੇ ਡੈਡ ਬੋਡੀ ਦਾ ਪੋਸਟਮਾਰਟਮ ਕਰਾਇਆ ਜਾਊਗਾ, ਫਿਰ ਪਤਾ ਲੱਗੂਗਾ ਕਿ ਜਿਸ ਟਾਈਮ 'ਤੇ ਉਹਦੀ ਰਿਕਵਰੀ ਹੋਈ। ਲੈਟਸ ਸਪੋਜ਼ ਟ੍ਰੇਨ ਚੱਲੀ ਇੱਥੋਂ ਮੋਰਨਿੰਗ ਲੁਧਿਆਣੇ ਤੋਂ 8 ਵਜੇ, ਅੰਮ੍ਰਿਤਸਰ ਪਹੁੰਚਣਾ ਸੀ ਉਹਨੇ 11 ਵਜੇ, ਜਲੰਧਰ 9:30 ਮੰਨ ਲਓ 10 ਵਜੇ ਦੇ 11:30 ਵਜੇ ਅੰਮ੍ਰਿਤਸਰ ਪਹੁੰਚਣਾ ਸੀ। ਮੰਨ ਲਓ 10 ਵਜੇ ਟ੍ਰੇਨ ਜਿਹੜੀ ਹੈ ਜਲੰਧਰ ਪਹੁੰਚ ਜਾਂਦੀ ਹੈ, ਠੀਕ ਹੈ। ਜਲੰਧਰ ਸਟੇਸ਼ਨ 'ਤੇ ਡੈਡ ਬੋਡੀ ਮਿਲਦੀ ਹੈ। ਹੁਣ ਆਹ 2 ਘੰਟੇ ਦੇ ਟਾਈਮ ਦੇ ਵਿੱਚ ਪਲੇਸ ਤਾਂ ਫਿਕਸ ਹੋ ਗਿਆ ਕਿ ਲੁਧਿਆਣਾ ਤੋਂ ਜਲੰਧਰ ਦੇ ਵਿੱਚ ਉਹਦੀ ਡੈਥ ਹੋਈ ਹੈ। ਹੁਣ ਟਾਈਮ ਕਿੱਦਾਂ ਫਿਕਸ ਹੋਗਾ, ਜਦੋਂ ਇਸ ਬੋਡੀ ਦਾ ਪੋਸਟਮਾਰਟਮ ਹੋਊਗਾ ਤਾਂ ਇਹ 2 ਘੰਟੇ ਦੇ ਟਾਈਮ ਦੇ ਵਿੱਚ ਉਹ ਟਾਈਮ ਦੱਸਿਆ ਜਾਊਗਾ ਕਿ ਕਿੰਨੀ ਦੇਰ ਜਦੋਂ ਉਹ ਚੜ੍ਹਿਆ ਉਹ ਤੋਂ ਕਿੰਨੀ ਦੇਰ ਬਾਅਦ ਉਹਦੀ ਡੈਡ ਬੋਡੀ ਜਿਹੜੀ ਉਹਦੀ ਡੈਥ ਹੈ ਹੋ ਚੁੱਕੀ ਸੀਗੀ, ਠੀਕ ਹੈ ਜੀ। ਹੁਣ ਨੈਕਸਟ ਐਗਜ਼ਾਮਪਲ ਆਪਾਂ ਕਰਾਂਗੇ ਜਿਸ 'ਚ ਰਿਬਟ ਵੀ ਹੈ, ਰੈਲੇਵੈਂਸੀ ਵੀ ਹੈ ਅਤੇ ਪ੍ਰੋਬੇਬਿਲਿਟੀ ਵੀ ਹੈ। ਲੈਟਸ ਸਪੋਜ਼ ਐਕਸ ਇੱਕ ਇਕੱਲਾ ਬੰਦਾ ਜਿਹਦੇ ਕੋਲ ਪਿਸਟਲ ਹੈਗੀ ਹੈ ਪੂਰੀ ਕਲਾਸ ਦੇ ਵਿੱਚ, ਉਹਦੀ ਪ੍ਰੈਜ਼ੈਂਸ ਦੇ ਵਿੱਚ ਲੈਟਸ ਸਪੋਜ਼ ਉਸ ਪਿਸਟਲ ਤੋਂ ਫਾਇਰ ਹੋਇਆ ਔਰ ਬੰਦਾ ਬੁਲਟ ਸ਼ੋਟ ਨਾਲ ਮਰ ਗਿਆ। ਹੁਣ ਐਕਸ ਹੀ ਇੱਕ ਪਰਟੀਕੂਲਰ ਪਰਸਨ ਸੀਗਾ ਜਿਹਦੇ ਕੋਲ ਪਿਸਟਲ ਸੀ। ਇਹ ਤਾਂ ਹੋ ਗਿਆ ਰੈਲੀਵੈਂਟ ਫੈਕਟ ਜਾਂ ਫਿਰ ਫੈਕਟ ਇਨ ਇਸ਼ੂ। ਹੁਣ ਇਹਨੂੰ ਸੈਕਸ਼ਨ 11 ਦੇ ਵਿੱਚ ਕਦੋਂ ਹਾਈਲੀ ਪ੍ਰੋਬੇਬਲ ਕਦੋਂ ਹੈ ਕਿ ਜਦੋਂ ਪਲੀ ਆਫ ਐਲੀਬੀ ਜਦੋਂ ਐਕਸ ਕਲੇਮ ਕਰੇਗਾ ਪਲੀ ਆਫ ਐਲੀਬੀ,
ਠੀਕ ਹੈ ਜੀ। ਅਗਰ ਲੈਟਸ ਸਪੋਜ਼ ਉਹ ਕਹਿ ਦੇਵੇ ਕਿ ਪਿਸਟਲ ਹੀ ਡਿਫੈਕਟਿਵ ਸੀਗੀ, ਠੀਕ ਹੈ, ਤਾਂ ਪ੍ਰਿਜ਼ੰਪਸ਼ਨ ਨੂੰ ਆਪਾਂ ਕੀ ਕਰ ਸਕਦੇ ਹਾਂ, ਰਿਵਰਟ ਕਰ ਸਕਦੇ ਹਾਂ ਕਿ ਐਕਸ ਦੇ ਥਰੂ ਉਹ ਗੋਲੀ ਚੱਲੀ ਹੈ। ਹੁਣ ਨੈਕਸਟ ਕੀ ਹੈ, ਆਫਟਰ ਦ ਮਰਡਰ of A, X runs away to the another city. Running away of X is the relevant fact. ਹੁਣ ਲੈਟਸ ਸਪੋਜ਼ A ਦੇ ਮਰਡਰ ਤੋਂ ਬਾਅਦ X ਭੱਜ ਗਿਆ, X ਦਾ ਭੱਜਣਾ ਕੀ ਹੈ, ਰੈਲੇਵੈਂਟ ਫੈਕਟ ਹੈ। ਬਟ ਅਗਰ X ਜੈਨੂਅਨ ਰੀਜ਼ਨ ਦਿੰਦਾ ਹੈ ਕਿ ਉੱਥੋਂ ਕਿਉਂ ਗਿਆ, ਤਾਂ ਉਹ ਕੀ ਹੈ, ਜਿਹੜੀ ਪ੍ਰਿਜ਼ੰਪਸ਼ਨ ਨੂੰ ਰਿਬਟ ਵੀ ਕਰ ਸਕਦਾ ਔਰ ਐਕਸਪਲੇਨ ਵੀ ਕਰ ਸਕਦਾ। ਜਿਹੜਾ ਆਈਡੈਂਟੀਫਿਕੇਸ਼ਨ ਵਾਲਾ ਕੰਸੈਪਟ ਹੈ, ਜਿਹੜਾ ਸੈਕਸ਼ਨ 9 'ਚ ਟਿਪ ਦਾ ਆਉਂਦਾ, ਉਹ ਆਪਾਂ ਕੱਲ੍ਹ ਕਰਾਂਗੇ ਕੰਟੀਨਿਊ।